एक मैसेज द्वारा कुछ ऐसे बयां किया है। आपने हमेशा बताया है कि जो दिख रहा है सब झूठ है, सब मिथ्या है, नाशवान है, सब परमात्मा जी का ही खेल है, सब सपना है। आपने हमेशा खुली आँखों की गहरी नींद से हमें जगाया है। सदा शुक्रगुजार हूँ परमात्मा जी। आगे लिखा है बाबा जी, रात के सपने में देखा मेरी बॉडी डेथ बेड पर है। सगे संबंधी बॉडी के पास खड़े हैं। कोई है जो बॉडी से अलग होकर देख रहा है और रात के स्वप्न में ही उस देखने वाले ने बॉडी से प्रकाश को निकलते हुए देखा। कुछ ही पल में प्रकाश भी गायब हो जाता है, पर जो ये सब कुछ देख रहा था वो प्रकाश को गायब होते देखते हुए वहीं खड़ा रहा और मैं रात के स्वप्न में उठ गई। आपने बताया है जी, खुली आँखों से भी जो देख पा रही हूँ सब सपना है। बॉडी सपने में मर गई, इसका कोई सुख दुख नहीं हुआ। पर बाबा जी ध्यान फिर भी स्वप्न में बार बार जा रहा है। प्रकाश तो आकाश में मिल गया और देखने वाला प्रकाश के साथ नहीं गया, वो वहीं खड़ा रह गया। पहला यह गल थोड़ी जी ख्याल विच लो कि स्वप्न दे विच भी ज़्यादातर तुसी ओहो ही देखते हो जो तुसी दिने कर रहे हो ਜਾਂ ਕਰਨ ਦੀ ਇੱਛਾ ਹੈ ਜਾਂ ਤੁਹਾਡੇ ਖਿਆਲ ਵਿੱਚ ਹੈ। ਜ਼ਿਆਦਾਤਰ ਸੁਪਨ ਕਿਉਂਕਿ ਦਿਨ ਤੋਂ ਹੀ ਪੈਦਾ ਹੁੰਦੇ ਹਨ। ਸੁਪਨ ਦਿਨ ਜੋ ਜੋ ਕਰਦੇ ਹੋ, ਵਿਚਾਰਦੇ ਹੋ, ਸੋਚਦੇ, ਕੁਛ ਕੁ ਪੁਰਾਣੇ ਹੁੰਦੇ ਹਨ ਅਤੇ ਕੁਛ ਕੁ ਕਟੇ ਫਿਟੇ ਜਿਹੇ ਹੁੰਦੇ ਹਨ ਅਤੇ ਬਹੁਤ ਤਰ੍ਹਾਂ ਦੇ ਸੁਪਨੇ ਲੋਕਾਂ ਨੂੰ ਆਉਂਦੇ ਹਨ। ਪਰ ਜ਼ਿਆਦਾਤਰ ਦਿਨ ਦੇ ਨਾਲ ਸੰਬੰਧ ਹੁੰਦੇ ਹਨ, ਦਿਨ ਦੀ ਵਿਚਾਰਧਾਰਾ ਦੇ ਨਾਲ ਸੰਬੰਧਿਤ ਹੁੰਦੇ ਹਨ। ਇਸੇ ਕਾਰਨ ਹੀ ਭਗਤ ਜੀ ਨੇ ਕਿਹਾ ਵੀ ਹੈ ਇੱਕ ਜਗ੍ਹਾ, ਸੁਪਨ ਦੇ ਵਿੱਚ ਵੀ ਕੋਈ ਰਾਮ ਰਾਮ ਜਪ ਰਿਹਾ ਹੋਵੇ। ਸਪਨ ਹੂੰ ਬਰੜਾਏ ਕੈ ਨਿਕਸੈ ਮੁਕਸੈ ਰਾਮ, ਤਿਸਕੇ ਪਗ ਕੀ ਪਾਹਨੀ ਮੇਰੇ ਤਨ ਕੋ ਚਾਮ। ਕਹਿੰਦੇ ਸਪਨ ਦੇ ਵਿੱਚ ਵੀ, ਸੁਪਨੇ ਦੇ ਵਿੱਚ ਵੀ ਅਗਰ ਕੋਈ ਰਾਮ ਰਾਮ ਬਰੜਾ ਰਿਹਾ ਹੈ ਤੇ ਬਹੁਤ ਵਡਭਾਗੀ ਹੈ। ਕਿਉਂ ਹੈ? ਕਿਉਂਕਿ ਉਹਨੇ ਦਿਨੇ ਰਾਮ ਰਾਮ ਦਾ ਚਿੰਤਨ ਕੀਤਾ ਹੋਵੇਗਾ, ਦਿਨੇ ਧਿਆਨ ਕੀਤਾ ਹੋਵੇਗਾ। ਜਿਹਨੇ ਰਾਮ ਦਾ ਦਿਨੇ ਧਿਆਨ ਕੀਤਾ ਉਹਨੂੰ ਰਾਮ ਹੀ ਸੁਪਨੇ ਦੇ ਵਿੱਚ ਆਉਣਗੇ। ਜਿਹਨੇ ਜੈਸਾ ਦਿਨੇ ਚਿੰਤਨ ਕੀਤਾ ਹੁੰਦਾ ਜ਼ਿਆਦਾਤਰ ਵੈਸੇ ਸੁਪਨੇ ਆਉਂਦੇ, ਜਾਂ ਕੁਛ ਕਰਨ ਦੀ ਇੱਛਾ ਹੁੰਦੀ ਹੈ, ਖਿਆਲ ਹੁੰਦਾ ਹੈ ਪਾਉਣ ਦਾ, ਕੁਛ ਹੋਣ ਦਾ, ਉਹ ਖਿਆਲ ਹੀ ਸੁਪਨਾ ਬਣਦਾ।
ਤੇ ਦਿਨੇ ਅਗਰ ਕਿਸੇ ਨੂੰ ਖਿਆਲ ਰਹਿ ਗਿਆ, ਜਿਵੇਂ ਇਹ ਲਿਖਿਆ ਹੈ ਨਾ ਵੀ ਆਪ ਹਮੇਸ਼ਾ ਬਤਾਇਆ करते हैं कि सब झूठ है, मिथ्या है, नाशवान है। ਇਹ ਖਿਆਲ ਹੌਲੀ 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 ਪੱਕ ਗਿਆ ਹੋਵੇਗਾ। ਜਿਹੜਾ ਰੋਜ਼ ਹੀ ਸੁਣੇਗਾ ਉਹਨੂੰ ਪੱਕ ਹੀ ਜਾਂਦਾ ਹੈ। ਇਸੇ ਕਾਰਨ ਰੋਜ਼ ਕਿਹਾ ਵੀ ਜਾਂਦਾ ਹੈ ਵੀ ਤੁਹਾਨੂੰ ਖਿਆਲ ਵਿੱਚ ਰਹਿ ਸਕੇ ਵੀ ਇਹ ਜੋ ਵੀ ਤੁਸੀਂ ਦੇਖ ਰਹੇ ਹੋ, ਭੋਗ ਰਹੇ ਹੋ, ਬਾਣ ਰਹੇ ਹੋ, ਇਹ ਸੱਚ ਨਹੀਂ ਹੈ, ਝੂਠ ਹੈ, ਮਿਥਿਆ ਹੈ, ਨਾਸ਼ਵਾਨ ਸੁਪਨ ਹੈ। ਤੇ ਹੌਲੀ ਹੌਲੀ ਖਿਆਲ ਵਿੱਚ ਰਹਿ ਗਿਆ ਹੋਵੇਗਾ ਰੋਜ਼ ਸੁਣਨ ਕਰਕੇ। ਉਸ ਖਿਆਲ ਤੋਂ ਇਹ ਰਾਤ ਦਾ ਸੁਪਨ ਪੈਦਾ ਹੋਇਆ। ਤੇ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਵੀ ਸੁਪਨੇ ਵੀ ਕਈ ਸੇਧ ਦੇਣ ਵਾਲੇ ਹੁੰਦੇ ਹਨ, ਸਾਰੇ ਨਹੀਂ। ਕੁਛ ਐਸੇ ਹੁੰਦੇ ਹਨ ਜਿਹੜੇ ਜੀਵਨ ਦੇ ਵਿੱਚ ਸੇਧ ਦਿੰਦੇ ਹਨ, ਕਿਉਂਕਿ ਜੀਵਨ ਤੋਂ ਹੀ ਪੈਦਾ ਹੋਏ ਹਨ। ਤੁਸੀਂ ਜੋ ਜੀਏ ਹੋ, ਜੋ ਕੀਤਾ ਹੈ, ਉਹਦੇ ਤੋਂ ਹੀ ਪੈਦਾ ਹੋਇਆ ਹੈ ਸੁਪਨਾ। ਤੇ ਤੁਹਾਡੇ ਹੀ ਅੰਦਰੋਂ ਪੈਦਾ ਹੋਇਆ ਹੈ ਨਾ, ਤੁਸੀਂ ਹੀ ਦੇਖਿਆ ਹੈ। ਇਸ ਕਰਕੇ ਤੁਹਾਡੇ ਵਾਸਤੇ ਹੀ ਇਸ਼ਾਰਾ ਹੋ ਸਕਦਾ ਹੈ। ਇਹ ਸੁਪਨ ਦੇ ਵਿੱਚ ਕਹਿੰਦੀ ਹੈ, ਰਾਤ ਦੇਖਿਆ ਵੀ ਮੈਂ ਮਰੀ ਪਈ ਹਾਂ ਬੈੱਡ 'ਤੇ, ਅਤੇ ਸਕੇ ਸੰਬੰਧੀ ਜਿਹੜੇ ਹਨ ਉਹ ਕੋਲ ਖੜ੍ਹੇ ਹਨ। ਲੋਕਾਂ ਨੂੰ ਦੇਖਿਆ ਹੋਵੇਗਾ ਜਿਹੜੇ ਮਰਦੇ ਹਨ ਉਹਦੇ ਚਾਰ ਚੁਫੇਰੇ ਖੜ੍ਹੇ ਹੁੰਦੇ ਹਨ ਲੋਕ, ਮੂੰਹ ਲਟਕਾ ਕੇ। ਤੇ ਜੈਸਾ ਦੇਖਿਆ ਹੈ ਦਿਨੇ ਇਹਨਾਂ ਨੇ ਖਿਆਲ ਵਿੱਚ ਹੋਵੇਗਾ, ਵੈਸਾ ਹੀ ਸੁਪਨ ਦੇ ਵਿੱਚ ਦੇਖਿਆ ਵੀ ਸਾਰੇ ਖੜ੍ਹੇ ਹਨ ਤੇ ਬੋਡੀ ਪਈ ਹੋਈ ਹੈ, ਮਰੀ ਹੋਈ। ਪਰ ਮੈਂ ਵੀ ਦੇਖ ਰਹੀ ਹਾਂ ਬੋਡੀ ਨੂੰ। ਕਹਿੰਦੀ ਕੋਈ ਹੈ ਜੋ ਅਲੱਗ ਹੋ ਕੇ ਬੋਡੀ ਕੋ ਦੇਖ ਰਹਾ ਹੈ, ਸਰੀਰ ਨੂੰ ਦੇਖ ਰਿਹਾ ਹੈ। ਦਰਅਸਲ ਜਿਹੜਾ ਵੀ ਮਰਦਾ ਹੈ ਨਾ, ਉਹਨੂੰ ਹੀ ਐਸਾ ਹੁੰਦਾ ਹੈ, ਉਹ ਬੋਡੀ ਨੂੰ ਦੇਖ ਪਾਉਂਦਾ ਹੈ, ਸਰੀਰ ਨੂੰ ਬਾਹਰ। ਐਸੇ ਨਹੀਂ ਦੇਖਦਾ ਹੈ ਜੈਸਾ ਤੁਸੀਂ ਅੱਖਾਂ ਨਾਲ ਦੇਖਦੇ ਹੋ, ਕਿਉਂਕਿ ਅੱਖਾਂ ਤਾਂ ਹੁੰਦੀਆਂ ਨਹੀਂ ਉਦੋਂ। ਪਰ ਉਹ ਮਹਿਸੂਸ ਕਰਦਾ ਹੈ ਉਸ ਬੋਡੀ ਨੂੰ ਪਈ ਹੋਈ, ਖਿਆਲ ਕਰਦਾ ਹੈ। ਪਰ ਸੁਪਨ ਦੇ ਵਿੱਚ ਤੇ ਇਹਨੇ ਉਹ ਵੈਸੇ ਹੀ ਦੇਖਿਆ ਜੈਸਾ ਅੱਖਾਂ ਨਾਲ ਦੇਖਦੇ ਹਨ। ਉਹ ਸਰੀਰ ਨੂੰ ਦੇਖਿਆ ਪਏ ਹੋਏ, ਬੋਡੀ ਨੂੰ ਮਰੀ ਹੋਈ। ਪਰ ਉਹਦੇ ਵਿੱਚੋਂ ਪ੍ਰਕਾਸ਼ ਨਿਕਲਤੇ ਹੋਏ ਵੀ ਦੇਖਾ। ਕਹਿੰਦੀ ਰਾਤ ਦੇ ਸੁਪਨੇ ਦੇ ਵਿੱਚ ਉਸ ਦੇਖਣੇ ਵਾਲੇ ਨੇ ਉਸ ਬੋਡੀ ਦੇ ਵਿੱਚੋਂ ਪ੍ਰਕਾਸ਼ ਨਿਕਲਦੇ ਹੋਏ ਵੀ ਦੇਖਾ। कुछ ही पल में प्रकाश भी गायब हो जाता है, पर जो यह सब कुछ देख रहा था वो प्रकाश को गायब होते देखते हुए वहीं खड़ा रहा। बस ਇਹੋ ਹੀ ਗੱਲ ਧਿਆਨ ਦੀ ਹੈ ਤੇ ਧਿਆਨੀਆਂ ਨੂੰ ਬਹੁਤ ਹੀ ਸਮਝਣ ਯੋਗ ਹੈ, ਖਿਆਲ ਵਿੱਚ ਲੈਣ ਯੋਗ ਹੈ। ਵੀ ਜਿਹੜਾ ਦੇਖਣ ਵਾਲਾ ਹੈ ਉਹ ਪ੍ਰਕਾਸ਼ ਦੇ ਨਾਲ ਨਹੀਂ ਗਿਆ ਹੈ। ਪ੍ਰਕਾਸ਼ ਨੂੰ ਗਾਇਬ ਹੁੰਦੇ ਵੀ ਦੇਖਣ ਵਾਲੇ ਨੇ ਦੇਖਿਆ। ਸੁਪਨ ਦੇ ਵਿੱਚ ਤੁਸੀਂ ਅਕਸਰ ਦੇਖਿਆ ਹੋਵੇਗਾ ਵੀ ਤੁਸੀਂ ਮਰਨ ਦਾ ਵੀ ਸੁਪਨਾ ਦੇਖ ਲੈਂਦੇ ਹੋ ਵੀ ਆਪਣੇ ਆਪ ਮਰ ਰਹੇ ਹਾਂ, ਕੋਈ ਮਾਰ ਰਿਹਾ ਹੈ। ਪਰ ਫਿਰ ਵੀ ਉਹ ਜਿਹੜਾ ਸੁਪਨੇ ਨੂੰ ਦੇਖਣ ਵਾਲਾ ਹੈ ਉਹ ਤਾਂ ਅਲੱਗਾ ਹੀ ਖੜਾ ਹੈ ਨਾ, ਉਹ ਤਾਂ ਨਹੀਂ ਮਰ ਰਿਹਾ ਹੈ। ਬਹੁਤ ਲੋਕ ਆਪਣੇ ਮਰਨ ਦਾ ਸੁਪਨਾ ਦੇਖ ਲੈਂਦੇ, ਆਪਣੇ
ਮਰੇ ਹੋਏ ਨੂੰ ਪ੍ਰਤੀਤ ਵੀ ਕਰਦੇ ਹਨ, ਜਿਵੇਂ ਇਹਨੇ ਦੇਖਿਆ ਹੈ, ਬਹੁਤਿਆਂ ਨੇ ਕਿਹਾ ਵੀ ਐ। ਅਤੇ ਮਰਨੇ ਦਾ ਜਿਹੜਾ ਸੁਪਨਾ ਦੇਖ ਰਿਹਾ ਹੈ, ਜਿਹੜਾ ਦੇਖਣ ਵਾਲਾ ਹੈ ਆਪਣੀ ਡੈੱਡ ਬੋਡੀ ਨੂੰ ਜਾਂ ਪ੍ਰਕਾਸ਼ ਨੂੰ, ਉਹ ਤਾਂ ਅਲੱਗਾ ਹੀ ਖੜ੍ਹਾ ਹੈ ਨਾ। ਅਤੇ ਸੁਪਨ ਦੇ ਵਿੱਚ ਵੀ ਜਿਹੜਾ ਦੇਖਣ ਵਾਲਾ ਹੈ ਸੁਪਨੇ, ਉਹ ਖੜ੍ਹਾ ਹੋ ਕੇ ਦੇਖਦਾ ਹੀ ਰਹਿੰਦਾ ਹੈ। ਅਤੇ ਜਿਹੜਾ ਦੇਖਣ ਵਾਲਾ ਹੈ ਰਾਤ ਦੇ ਸੁਪਨੇ ਨੂੰ, ਜਿਹੜਾ ਦੇਖਣ ਵਾਲਾ ਸੀ ਨਾ, ਉਹ ਹੀ ਤੁਸੀਂ ਹੋ, ਉਹ ਹੀ ਤੁਹਾਡਾ ਮਨ ਹੈ। ਉਹ ਨਹੀਂ ਮਰਿਆ, ਉਹ ਪ੍ਰਕਾਸ਼ ਦੇ ਨਾਲ ਨਹੀਂ ਗਿਆ ਹੈ। ਉਹਨੇ ਪ੍ਰਕਾਸ਼ ਨੂੰ ਜਾਂਦੇ ਹੋਏ ਦੇਖ ਲਿਆ, ਪਰ ਆਪ ਖੜਾ ਰਿਹਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜ਼ਿਆਦਾਤਰ ਜਿਹੜੇ ਸਾਧਕ ਹਨ, ਬਹੁਤ ਸਾਧਨਾ ਕਰਨ ਵਾਲੇ, ਧਿਆਨ ਕਰਨ ਵਾਲੇ ਹਨ, ਵੀ ਅਗਰ ਤੁਸੀਂ ਪ੍ਰਕਾਸ਼ ਵੀ ਦੇਖ ਰਹੇ ਹੋ ਤੇ ਪ੍ਰਕਾਸ਼ ਨੂੰ ਦੇਖਣ ਵਾਲਾ ਤੇ ਮੌਜੂਦ ਹੀ ਹੈ ਨਾ। ਤੇ ਇਹਦੇ ਨਾਲ ਉਪਲਬਧੀ ਥੋੜ੍ਹੀ ਹੋ ਜਾਂਦੀ ਹੈ। ਕਈ ਕਹਿ ਦਿੰਦੇ ਹਨ ਅਸੀਂ ਪ੍ਰਕਾਸ਼ ਦੇਖ ਰਹੇ ਹਾਂ ਜੀ, ਸਾਨੂੰ ਪ੍ਰਕਾਸ਼ ਦਿਖਾਈ ਦੇ ਦਿੰਦਾ ਹੈ। ਕੋਈ ਸਾਧੂ ਮਹਾਤਮਾ ਵੀ ਦਿਖਾ ਦਿੰਦੇ ਹਨ ਪ੍ਰਕਾਸ਼ ਕਈਆਂ, ਤੇ ਉਹ ਦੇਖਦੇ ਰਹਿੰਦੇ ਹਨ ਸਾਰੀ ਉਮਰ ਉਹ, ਪਰ ਉਹ ਵੈਸੇ ਹੀ ਦੇਖਦੇ ਰਹਿੰਦੇ ਹਨ ਜੈਸੇ ਬਾਹਰਲਾ ਪ੍ਰਕਾਸ਼ ਕੋਈ ਦੇਖਦਾ ਹੈ। ਅੱਖਾਂ ਘੇੜ ਕੇ ਤੁਸੀਂ ਪ੍ਰਕਾਸ਼ ਦੇਖਦੇ ਹੋ ਨਾ, ਤੇ ਅੱਖਾਂ ਬੰਦ ਕਰਕੇ ਵੀ ਦੇਖ ਹੀ ਸਕਦੇ ਹੋ। ਪਰ ਪ੍ਰਕਾਸ਼ ਨੂੰ ਦੇਖਣ ਵਾਲਾ ਜਿਹੜਾ ਨਾ, ਉਹ ਲਹਿਦਾ ਬੈਠਾ ਰਹਿੰਦਾ ਹੈ, ਤੇ ਉਹ ਫਿਰ ਸਦਾ ਨਹੀਂ ਦੇਖ ਸਕਦਾ ਹੈ ਪ੍ਰਕਾਸ਼ ਨੂੰ। ਹੁਣ ਸਦਾ ਅੱਖਾਂ ਮੀਟ ਕੇ ਕੋਈ ਪ੍ਰਕਾਸ਼ ਨੂੰ ਹੀ ਥੋੜ੍ਹੀ ਦੇਖਦਾ ਰਹੇਗਾ। ਹੁਣ ਧਿਆਨੀ ਵੀ ਸਦਾ ਥੋੜ੍ਹੀ ਦੇਖਦੇ ਰਹਿੰਦੇ, ਕਦੇ ਕਦੇ ਖਿਆਲ ਕਰ ਲੈਂਦੇ ਹਨ ਅੱਖਾਂ ਮੀਟ ਕੇ ਪ੍ਰਕਾਸ਼ ਆ ਗਏ, ਪਰ ਉਹ ਦੇਖਣ ਵਾਲਾ ਜਿਹੜਾ ਮਨ ਹੈ, ਉਹ ਫਿਰ ਉਸੇ ਵਿਚਾਰਧਾਰਾ 'ਚ ਪੈ ਜਾਂਦਾ ਹੈ ਜਦੋਂ ਪ੍ਰਕਾਸ਼ ਤੋਂ ਧਿਆਨ ਹਟਾਉਂਦਾ ਹੈ। ਜਾਂ ਕਈਆਂ ਨੂੰ ਧੁਨ ਸੁਣਾਈ ਦੇਣ ਲੱਗ ਜਾਂਦੀ ਹੈ, ਧੁਨ 'ਤੇ ਧਿਆਨ ਲਾਉਂਦੇ, ਜਿੰਨਾ ਚਿਰ ਲਾਉਂਦੇ ਹਨ ਉਹਨਾਂ ਚਿਰ ਧੁਨ ਸੁਣਾਈ ਦਿੰਦੀ ਸੀ। ਅਤੇ ਜਦੋਂ ਉਹ ਹਟਦਾ ਹੈ ਧਿਆਨ, ਹੁਣ ਅੱਠੇ ਪੈਰ 'ਤੇ ਧੁਨ ਵੱਲ ਧਿਆਨ ਨਹੀਂ ਹੋਵੇਗਾ। ਅਗਰ ਹੋਵੇਗਾ ਵੀ ਤਾਂ ਅੱਧਾ ਹੋਵੇਗਾ, ਅੱਧਾ ਕੰਮਾਂ ਵੱਲ ਹੋਵੇਗਾ। ਕਈ ਐਵੇਂ ਵੀ ਕਰ ਲੈਂਦੇ ਹਨ, ਧਿਆਨ ਵੰਡ ਲੈਂਦੇ, ਪਰ ਉਹ ਜ਼ਿਆਦਾ ਉਲਝ ਜਾਂਦਾ ਹੈ ਮਨ। ਧਿਆਨ ਨੂੰ ਵੰਡਣਾ ਨਹੀਂ ਹੈ, ਦੋ ਦੋ ਪੱਖ ਵੱਲ ਨਹੀਂ ਲਾਉਣਾ ਹੈ। ਇਹ ਗੱਲ ਖਿਆਲ ਵਿੱਚ ਰੱਖਣਾ ਹੈ, ਇੱਕੋ ਪੱਖ ਵੱਲ ਧਿਆਨ ਨੂੰ ਲਾਉਣਾ ਹੈ। ਧਿਆਨ ਪੂਰਾ ਦਾ ਪੂਰਾ ਇੱਕ ਪੱਖ ਵੱਲ ਨੂੰ ਹੀ ਜਾਵੇਗਾ। ਦੋ ਪੱਖ ਵੱਲ ਨੂੰ ਜਿਹੜਾ ਧਿਆਨ ਹੈ, ਉਹ ਤਾਂ ਨਾ ਇੱਧਰ ਦਾ ਹੈ ਨਾ ਉੱਧਰ ਦਾ ਹੈ, ਟੁਕੜੇ ਟੁਕੜੇ ਹੋਇਆ ਰਹਿੰਦਾ। ਅਤੇ ਅਜੋਕੇ ਸਮੇਂ 'ਚ ਬੌਧਿਕ ਵਿਕਾਸ ਬਹੁਤ ਹੋ ਗਿਆ ਹੈ। ਇਸ ਕਰਕੇ ਆਦਮੀ ਬਹੁਤ ਬਹੁਤ ਕੰਮ ਇਕੱਠੇ ਵੀ ਕਰ ਲੈਂਦਾ ਹੈ। ਕਈ ਸਿਮਰਨ ਵੀ ਕਰਦੇ ਰਹਿੰਦੇ ਹਨ, ਕੰਮ ਵੀ ਕਰਦੇ ਰਹਿੰਦੇ, ਕਈ ਮਾਲਾ ਫੇਰਦੇ ਰਹਿੰਦੇ, ਕੰਮ ਕਰਦੇ ਰਹਿੰਦੇ। ਇੱਦਾਂ ਹੀ ਕਈ ਧੁਨ ਸੁਣਦੇ ਰਹਿੰਦੇ, ਧੰਦਾ ਵੀ ਚੱਲਦਾ ਰਹਿੰਦਾ। ਪਰ ਇਹਦੇ ਨਾਲ ਛੁਟਕਾਰਾ ਨਹੀਂ, ਇਹਦੇ ਨਾਲ ਜ਼ਿਆਦਾ ਉਲਝਣ ਵਧੇਗੀ, ਅਤੇ ਕਈਆਂ ਦੀ ਵੱਧ ਰਹੀ ਹੈ। ਅਤੇ ਮਨ ਬਹੁਤ ਵਿਕਸਿਤ ਹੋ ਗਿਆ ਹੈ ਨਾ, ਅਤੇ ਬਹੁਤ ਕੁਛ ਇਕੱਠਾ ਵੀ ਕਰ ਲੈਂਦਾ। ਅਤੇ ਕਈ ਇਵੇਂ ਦੋ ਦੋ ਪੱਖ ਵੱਲ ਧਿਆਨ ਕਰੀ ਜਾਂਦੇ ਹਨ, ਧੁਨ ਵੀ ਸੁਣੀ ਜਾਣਗੇ, ਕੰਮਕਾਰ ਵੀ ਕਰੀ ਜਾਣਗੇ, ਕੋਈ ਸ਼ਬਦ ਦਾ ਜਾਪ ਕਰੀ ਜਾਂਦਾ। ਕਈ ਹੋਰ ਢੰਗ ਦੇ ਨਾਲ ਲੱਗੇ ਹੋਏ ਹਨ, ਅਤੇ ਨਾਲ ਨਾਲ ਵਿਚਾਰਧਾਰਾ ਵੀ ਚੱਲੀ ਜਾਂਦੀ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਇਹ ਜ਼ਰੂਰ ਹੈ ਵੀ ਜਿਹੜਾ ਪਰਮਾਰਥ ਦੇ ਮਾਰਗ 'ਤੇ ਜਾਣ ਵਾਲਾ ਹੈ, ਉਹਨੂੰ ਕਦੇ ਕਦੇ ਪ੍ਰਕਾਸ਼ ਦਿਖਾਈ ਦੇ ਜਾਂਦਾ ਹੈ। ਪ੍ਰਕਾਸ਼ ਦਾ ਉਹ ਸਹਾਰਾ ਵੀ ਲੈ ਲੈਂਦਾ ਹੈ ਮਨ ਨੂੰ ਟਿਕਾਉਣ ਵਾਸਤੇ। ਜਿਵੇਂ ਕੋਈ ਚੱਕਰ ਦਾ ਸਹਾਰਾ ਲੈ ਲੈਂਦਾ ਹੈ, ਕੋਈ ਸਵਾਸਾਂ ਦਾ ਸਹਾਰਾ ਲੈ ਲੈਂਦਾ, ਕੋਈ ਧੁਨ ਦਾ ਸਹਾਰਾ ਲੈ ਲੈਂਦਾ ਮਨ ਨੂੰ ਟਿਕਾਉਣ ਵਾਸਤੇ, ਕੋਈ ਸ਼ਬਦ ਦਾ ਸਹਾਰਾ ਲੈ ਲੈਂਦਾ ਮਨ ਨੂੰ ਟਿਕਾਉਣ ਵਾਸਤੇ। ਕਿਹਾ ਵੀ ਹੈ ਨਾ, ਜੋ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰੂ ਕਾ ਸ਼ਬਦ ਮਨਿ ਅਸਥੰਮਨ। ਟਿਕਾਉਣ ਵਾਸਤੇ ਸ਼ਬਦ ਹੈ, ਮਿਟਾਉਣ ਵਾਸਤੇ ਨਹੀਂ। ਖਿਆਲ ਵਿੱਚ ਰੱਖੋ, ਟਿਕਾਉਣ ਵਾਸਤੇ।
ਸਾਰੀਆਂ ਵਿਧੀਆਂ ਜਿਹੜੀਆਂ ਹਨ ਨਾ ਮਨ ਨੂੰ ਟਿਕਾਉਣ ਵਾਸਤੇ ਹਨ, ਵੀ ਮਨ ਟਿਕ ਜਾਵੇ। ਪਰ ਟਿਕ ਜਾਂਦਾ ਹੈ, ਮਿਟਦਾ ਨਹੀਂ। ਜਿਵੇਂ ਇਹਨੇ ਕਿਹਾ ਹੈ ਨਾ ਵੀ ਉਹ ਜਿਹੜਾ ਦੇਖਣ ਵਾਲਾ ਸੀ ਪ੍ਰਕਾਸ਼ ਨੂੰ, ਉਹ ਖੜਾ ਰਿਹਾ। ਇੱਦਾਂ ਹੀ ਹਰ ਧਿਆਨੀ ਦਾ ਮਨ ਪਿੱਛੇ ਖੜਾ ਰਹਿੰਦਾ ਹੈ, ਮਿਟਦਾ ਨਹੀਂ। ਆਪਣੇ ਆਪ ਮਨ ਮਿਟਣ ਨੂੰ ਵੀ ਤਿਆਰ ਨਹੀਂ ਹੈ। ਸੁਪਨ ਦੇ ਵਿੱਚ ਵੀ ਜਿਹੜਾ ਪਿੱਛੇ ਦੇਖਣ ਵਾਲਾ ਸੀ ਉਹ ਮਰਨ ਨੂੰ ਤਿਆਰ ਨਹੀਂ ਹੈ, ਸੁਪਨ ਦੇ ਵਿੱਚ ਵੀ। ਤੇ ਜੀਂਦੇ ਜੀ ਤੇ ਕਿਵੇਂ ਕੋਈ ਮਰਨ ਨੂੰ ਤਿਆਰ ਹੋਵੇ। ਇਸੇ ਕਾਰਨ ਹੀ ਤੇ ਸਤਿਗੁਰੂ ਕੋਲ ਲੋਕ ਘੱਟ ਆਉਂਦੇ ਹਨ, ਕਿਉਂਕਿ ਉਹ ਕਹਿੰਦਾ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ, ਉਹ ਸਭਨ ਕੀ ਰੇਣਕਾ ਤਾਂ ਆਓ ਹਮਾਰੇ।